देख रहे ਆਪਾਂ ਕਿਹੜੀ ਪੰਜਾਬ ਦੀ ਉਹਨਾਂ ਨੇ ਗੱਲ ਕੀਤੀ ਹੈ? ਕੋਈ ਗੱਲ ਨਹੀਂ ਕੀਤੀ। ਕਿਹੜੇ ਮੋਦੀ ਸਾਹਿਬ ਦੇ ਖਿਲਾਫ ਜਾਂ ਬੀਜੇਪੀ ਦੇ ਅਨਕਨਸਟੀਟਿਊਸ਼ਨਲ ਫੈਸਲਿਆਂ ਦੇ ਖਿਲਾਫ ਇਹਨਾਂ ਨੇ ਗੱਲ ਕੀਤੀ? ਕੋਈ ਗੱਲ ਨਹੀਂ ਕੀਤੀ। ਔਰ ਅੱਜ ਸਾਰਾ ਜ਼ੋਰ ਲੱਗਿਆ ਹੋਇਆ ਕਾਂਗਰਸ 'ਚ ਗਾਂਧੀ ਪਰਿਵਾਰ ਨੂੰ ਬਚਾਉਣ ਦਾ ਤੇ ਅਕਾਲੀ ਦਲ ਬਾਦਲ 'ਚ ਸੁਖਬੀਰ ਸਿੰਘ ਬਾਦਲ ਦੀ ਰਾਜਨੀਤੀ ਬਚਾਉਣ ਦਾ। ਇਸ ਤੋਂ ਵੱਧ ਕਿਸਮਤ ਵਾਲੀ ਰਾਜਨੀਤੀ ਇਹਨਾਂ ਪਾਰਟੀਆਂ ਦੀ ਕੀ ਹੋ ਸਕਦੀ? ਰਾਜਨੀਤਿਕ ਜ਼ਿੰਮੇਵਾਰ ਰਾਜਨੀਤਿਕ ਦਲ ਦਾ ਕੰਮ ਹੈ ਲੋਕ ਮੁੱਦਿਆਂ ਨੂੰ ਉਭਾਰਨਾ। ਅੱਜ ਜਦੋਂ ਗੁਜਰਾਤ 'ਚ ਜਿੱਥੇ ਸ਼ਰਾਬਬੰਦੀ ਹੈ ਉੱਥੇ 50 ਤੋਂ ਉੱਪਰ ਲੋਕ ਮਰ ਜਾਂਦੇ ਆ ਤੇ ਇੱਕ ਆਵਾਜ਼ ਗੂੰਜ ਰਹੀ ਆ, ਉਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਮੋਦੀ ਸਾਹਿਬ ਦੇ ਖਿਲਾਫ। ਅੱਜ ਦੇਸ਼ 'ਚ ਕਿਤੇ ਵੀ ਕ੍ਰਾਈਸਿਸ ਆ ਰਿਹਾ ਹੈ ਤੇ ਇੱਕ ਆਵਾਜ਼ ਬੋਲਦੀ ਹੈ, ਉਹ ਅਰਵਿੰਦ ਕੇਜਰੀਵਾਲ ਜੀ ਦੀ ਆਮ ਆਦਮੀ ਪਾਰਟੀ ਦੀ ਬੋਲਦੀ ਹੈ, ਭਗਵੰਤ ਸਿੰਘ ਮਾਨ ਦੀ ਬੋਲਦੀ। ਲੇਕਿਨ ਜਿਹੜੀਆਂ ਪਾਰਟੀਆਂ 100 ਸਾਲ ਪੁਰਾਣੀਆਂ ਸੀ ਉਹ ਸਿਰਫ ਤੇ ਸਿਰਫ ਆਪਣੇ ਪਰਿਵਾਰ ਨੂੰ ਆਪਣੇ ਵੰਸ਼ ਨੂੰ ਬਚਾਉਣ ਦੀ ਜਿਹੜੀ ਰਾਜਨੀਤੀ ਔਰ ਇਸ ਭੰਬਲ ਭੂਸੇ 'ਚ ਉਹਨਾਂ ਨੇ ਆਪਣੇ ਕੈਡਰ ਤੇ ਲੋਕਾਂ ਨੂੰ ਵੀ ਗੁੰਮਰਾਹ ਕੀਤਾ। ਤਾਂ ਤੁਹਾਡੇ ਰਾਹੀਂ ਮੈਂ ਤੇ ਉਹਨਾਂ ਨੂੰ ਇਹੀ ਕਹੂੰਗਾ, ਜਿਹੜਾ ਥੋੜ੍ਹੇ ਬਹੁਤ ਲੋਕ ਵੀ ਇਹਨਾਂ ਨਾਲ ਜੁੜੇ ਰਹਿ ਗਏ ਆ, ਕਿ ਤੁਸੀਂ ਇਹਨਾਂ ਦੀ ਸੱਚਾਈ ਵੇਖੋ, ਇਹਨਾਂ ਦੀ ਅਸਲੀਅਤ ਨੂੰ ਪਛਾਣੋ ਕਿ ਇੱਕ ਜ਼ਿੰਮੇਵਾਰ ਰਾਜਨੀਤਿਕ ਦਲ ਲੋਕ ਮੁੱਦਿਆਂ ਨੂੰ ਉਭਾਰਦਾ ਹੈ ਕਿ ਇੱਕ ਪਰਿਵਾਰ ਜਿਹੜਾ ਲਗਾਤਾਰ ਰਾਜ ਕਰਦਾ ਰਿਹਾ ਹੈ ਔਰ ਲਗਾਤਾਰ ਜਿਹਦੇ ਤੇ ਆਰੋਪ ਲੁੱਟ ਖਸੁੱਟ ਦੇ ਲੱਗੇ ਰਹੇ ਆ, ਕਰਪਸ਼ਨ ਦੇ ਚਾਰਜਸ ਲੱਗਦੇ ਰਹੇ, ਉਹਨਾਂ ਦੀ ਰਾਜਨੀਤੀ ਬਚਾਉਣ ਦਾ ਇਹ ਇੱਕ ਰਾਜਨੀਤਿਕ ਦਲ ਦਾ ਕੰਮ ਹੋਣਾ ਚਾਹੀਦਾ। ਸੋ ਮੈਨੂੰ ਲੱਗਦਾ ਅੱਜ ਜਿਹੜੀਆਂ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਹੋਣ ਦਾ ਦਾਅਵਾ ਕਰਨ ਵਾਲੀਆਂ ਦੋਨੋਂ ਹੀ ਪਾਰਟੀਆਂ ਸਿਰਫ ਪਰਿਵਾਰਵਾਦ ਨੂੰ ਔਰ ਵੰਸ਼ਵਾਦ ਨੂੰ ਬਚਾਉਣ 'ਚ ਲੱਗੀਆਂ ਹੋਈਆਂ। ਬਲਕਿ ਹੋਣਾ ਇਹ ਚਾਹੀਦਾ ਸੀ ਕਿ ਬੀਜੇਪੀ ਦੀ ਤਾਨਾਸ਼ਾਹੀ ਔਰ ਮੋਦੀ ਸਾਹਿਬ ਦੀ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ, ਜਿਹੜੀ ਸਿਰਫ ਤੇ ਸਿਰਫ ਇਸ ਮੁਲਕ 'ਚ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ 'ਚ, ਪੰਜਾਬ 'ਚ ਮਾਨ ਸਾਹਿਬ ਦੀ ਅਗਵਾਈ 'ਚ ਜਿਹੜੀ ਆ ਬੁਲੰਦ ਕਰ ਰਹੇ। ਔਰ ਲਗਾਤਾਰ ਆਮ ਆਦਮੀ ਪਾਰਟੀ ਜਿਹਦੇ 'ਚ ਆਮ ਸਧਾਰਨ ਪਰਿਵਾਰ ਦੇ ਲੋਕ ਆ ਕੇ ਜਿਨ੍ਹਾਂ ਨੂੰ ਇੱਕ ਪਲੇਟਫਾਰਮ ਮਿਲਦਾ ਹੈ, ਜਿਹੜੇ ਰਾਜਨੀਤੀ ਕਰਦੇ ਆ, ਲੋਕ ਮੁੱਦਿਆਂ ਦੀ ਰਾਜਨੀਤੀ ਕਰਦੇ ਆ। ਸੋ ਇਹ ਅਸਲੀਅਤ ਸਾਰਿਆਂ ਦੇ ਸਾਹਮਣੇ ਆ। ਇਹਨਾਂ ਦੀ ਅਸਲੀਅਤ, ਇਹਨਾਂ ਦੀਆਂ ਕਰਤੂਤਾਂ, ਇਹਨਾਂ ਦੀ ਰਾਜਨੀਤੀ, ਇਹਨਾਂ ਦਾ ਸੰਘਰਸ਼ ਸਿਰਫ ਤੇ ਸਿਰਫ ਪਰਿਵਾਰ ਨੂੰ ਔਰ ਵੰਸ਼ਵਾਦ ਨੂੰ ਬਚਾਉਣ ਲਈ ਆ। ਔਰ ਇਸ ਤੋਂ ਵੱਧ ਜਿਹੜਾ ਆ ਬਦਕਿਸਮਤ ਕੀ ਹੋ ਸਕਦੀ ਹੈ? ਇਹਨਾਂ ਦੇ ਜਿਹੜੇ ਲੋਕ ਥੋੜ੍ਹੇ ਬਹੁਤ ਬਚੇ ਵੀ, ਮੈਂ ਉਹਨਾਂ ਨੂੰ ਕਹੂੰਗਾ ਇਹਨਾਂ ਦਾ ਖਹਿੜਾ ਛੱਡੋ ਔਰ ਇਸ ਪੰਜਾਬ ਦੀ ਤਰੱਕੀ ਵਾਸਤੇ, ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਇਸ ਸੰਘਰਸ਼ ਦੀ ਲੜਾਈ 'ਚ ਨਾਲ ਜੁੜੋ। ਜਿਹੜੇ ਲੋਕ ਬੀਜੇਪੀ 'ਚ ਚਲੇ ਜਾਂਦੇ ਨੇ ਫਿਰ ਉਹ ਬਚ ਜਾਂਦੇ ਨੇ, ਫਿਰ ਉਹਦੀ ਰਾਜਨੀਤੀ ਚੱਲਦੀ ਰਹਿੰਦੀ ਹੈ। ਕਿੱਥੇ ਚੱਲਦੀ ਹੈ? ਬੀਜੇਪੀ ਲੈਡ ਮੋਦੀ ਗੌਰਮੈਂਟ, ਜਿਹੜਾ ਉਹਨਾਂ ਦਾ ਹੰਕਾਰੀ ਰਵੱਈਆ, ਜਿਹੜਾ ਉਹਨਾਂ ਦਾ ਤਾਨਾਸ਼ਾਹੀ ਰਵੱਈਆ, ਜਿਹੜਾ ਉਹਨਾਂ ਦਾ ਅਨਕਨਸਟੀਟਿਊਸ਼ਨਲ ਕੰਮਕਾਜ ਕਰਨ ਦਾ ਤਰੀਕਾ ਹੈ, ਉਹਦੇ ਖਿਲਾਫ ਤੇ ਲੜਾਈ ਲੜਨ ਦੀ ਲੋੜ ਹੈ। ਉਹੀ ਤੇ ਅਸੀਂ ਕਹਿ ਰਹੇ ਹਾਂ। ਉਹਦੇ ਖਿਲਾਫ ਤੇ ਕੋਈ ਕਾਂਗਰਸ ਗੁਜਰਾਤ 'ਚ ਬੋਲੀ ਨਹੀਂ, ਬੋਲਣਾ ਨਹੀਂ ਇਹਨਾਂ ਨੇ। ਸੋ ਉਹੀ ਸਾਡਾ ਤੁਹਾਡੇ ਤੋਂ ਰਾਹੀਂ ਲੋਕਾਂ ਨੂੰ ਇਹੀ ਕਹਿਣ ਦਾ ਮਤਲਬ ਹੈ ਵੀ ਇੱਕ ਜ਼ਿੰਮੇਵਾਰ ਰਾਜਨੀਤਿਕ ਦਲ ਔਰ ਇਹ ਦਾਅਵਾ ਕਰਨ ਵਾਲੇ ਰਾਜਨੀਤਿਕ ਦਲ ਦਾ ਕੀ ਫਰਕ। ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਜੀ ਕਿਸਾਨ ਜਥੇਬੰਦੀਆਂ ਦੀ, ਤੇ ਪਾਣੀ ਬਾਰੇ ਤੁਸੀਂ ਆਪਦਾ ਸਟੈਂਡ ਕਲੀਅਰ ਕਰੋ। ਕਹਿੰਦੇ ਅਸੀਂ ਪਾਣੀ ਹਰਿਆਣੇ ਨੂੰ ਨਹੀਂ ਦੇ ਸਕਦੇ, ਸਾਡੇ ਕੋਲ ਜਿਵੇਂ ਤੁਹਾਡੇ ਕੁਝ ਲੋਕ ਉੱਤੇ ਕਹਿੰਦੇ ਕਿ ਅਸੀਂ ਜਿੱਦਣ ਸਰਕਾਰ ਹਰਿਆਣੇ 'ਚ ਮੰਗੀ ਪੰਜਾਬ ਸਾਡੀ ਤੇ ਅਸੀਂ ਪਾਣੀ ਜਿਹੜਾ ਉੱਤੇ ਕਰ, ਉਹਦੇ ਤੇ ਬੜਾ ਸਪਸ਼ਟ ਹੈ ਪੰਜਾਬ ਕੋ ਅੱਜ ਦੇ ਹਾਲਾਤ 'ਚ ਇੱਕ ਬੂੰਦ ਵੀ ਪਾਣੀ ਜਿਹੜਾ ਹੈ ਦੇਣ ਦਾ ਨਹੀਂ ਹੈ, ਨਾ ਅਸੀਂ ਦੇਵਾਂਗੇ। ਪੰਜਾਬ ਦੇ ਪਾਣੀ ਤੇ ਪਹਿਲਾ ਅਧਿਕਾਰ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ। ਪੰਜਾਬ 'ਚ ਲੱਖਾਂ ਏਕੜ ਜਿਹੜਾ ਆ, ਕਈ ਮਤਲਬ ਏਰੀਆ ਜਿਹੜਾ ਸਾਡਾ ਆ, ਹਜ਼ਾਰਾਂ ਏਕੜ ਏਰੀਆ ਜਿਹੜਾ ਹੈ ਸੁੱਕੇ ਦੀ ਮਾਰ ਚੱਲਦਾ ਹੈ। ਔਰ ਪੀਣ ਵਾਲੇ ਪਾਣੀ, ਮੈਂ ਨਾਲ ਹੀ ਜੋੜਦਾ, ਪੀਣ ਵਾਲੇ ਪਾਣੀ ਦਾ ਮਸਲਾ ਵੀ ਬੜਾ ਗੰਭੀਰ ਹੈ ਪੰਜਾਬ 'ਚ। ਉਹਨੂੰ ਲੈ ਕੇ ਮਾਨ ਸਾਹਿਬ ਪਿਛਲੇ ਦਿਨਾਂ 'ਚ ਜਿਹੜੇ ਵਾਟਰ ਰਿਸੋਰਸ ਮਿਨਿਸਟਰ ਸਾਹਿਬ ਨੂੰ ਮਿਲ ਕੇ ਆਏ ਆ। ਕੱਲ੍ਹ ਵੀ ਇੱਕ ਡੈਲੀਗੇਸ਼ਨ ਜਿਹੜਾ ਕਿ ਆ ਕੇ ਉਹਨਾਂ ਨੂੰ ਮਿਲਿਆ, ਜਿਨ੍ਹਾਂ ਦੀ ਬਹੁਤ ਵੱਡੀ ਪਾਣੀ ਨੂੰ ਸਾਫ਼ ਕਰਨ ਦਾ ਜਿਹੜਾ ਉਹਨਾਂ ਕੋਲ ਤਕਨੀਕ ਹੈ, ਉਹ ਵੀ ਆਉਣ ਵਾਲੇ ਟਾਈਮ 'ਚ ਪੰਜਾਬ ਦੀ ਸਰਕਾਰ ਯੂਜ਼ ਕਰੇ। ਹਰਿਆਣਾ ਆਮ ਆਦਮੀ ਪਾਰਟੀ ਜਿਹੜੇ ਹਰਿਆਣਾ ਦੀ ਵੀ ਹੈ, ਉਹ ਵੀ ਐਕਸੈਪਟ ਕਰੇਗੀ ਤੁਹਾਡੇ ਬਿਆਨ ਕਿ ਪੰਜਾਬ ਪਾਣੀ ਨਹੀਂ ਦੇ ਸਕਦਾ? ਨਹੀਂ ਦੇ ਸਕਦਾ, ਹੈ ਹੀ ਨਹੀਂ, ਤਾਂ ਕਿੱਥੋਂ ਦੇ ਦਈਏ? ਬਟ ਉਹ ਬਿਆਨ ਉੱਥੇ ਹਰਿਆਣੇ 'ਚ ਛੋੜਦਾ ਨਹੀਂ, ਉਹ ਉਸ ਤੋਂ ਅਗਲੇ ਦਿਨ ਹੀ ਅਸੀਂ ਡਿਨਾਈ ਕਰਤਾ ਸੀ। ਕਿਹੜੇ ਦੇਖੋ ਪ੍ਰੈਕਟੀਕਲ ਸਿਚੁਏਸ਼ਨ ਕੀ ਹੈ,
ਸਾਡੇ ਤੇ ਜਿਹੜੇ ਫਾਈਨੈਂਸ ਮਿਨਿਸਟਰ ਔਰ हरजोत सिंह बैंस ਜਿਹੜੇ ਸਾਡੇ एजुकेशन मिनिस्टर भी है, जेल मंत्री जी भी, वो होम मिनिस्टर साहब को भी ये टेकअप करके आए इशू। तो और CM साहब तो आप 2 दिन पहला वाटर रिसोर्स मिनिस्टर ਨੂੰ ਮਿਲੇ ਆ। ਪੰਜਾਬ ਤੇ ਆਲਰੇਡੀ ਪਾਣੀ ਦੇ ਕ੍ਰਾਈਸਿਸ ਚੋਂ ਗੁਜ਼ਰ ਰਿਹਾ। ਜਿਹੜਾ AG ਦੀ ਗੱਲ ਕੀਤੀ ਜਾ ਰਹੀ ਹੈ ਕਿ ਹਿਸਾਬ ਦੀ ਕੀ ਉਹ ਰਾਤ ਤੇ ਗਏ ਨੇ, ਕੋਈ ਨੋਟੀਫਿਕੇਸ਼ਨ ਜਾਰੀ ਹੋ ਗਿਆ ਜਾਂ ਨਹੀਂ ਹੋ ਗਿਆ, ਜਾਂ ਉਹਨਾਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਹਦੇ ਵਿੱਚ ਗੌਰ ਕੀਤੀ ਜਾ ਰਹੀ ਹੈ। ਦੇਖੋ ਜੋ ਕੇਸ ਉਹਨਾਂ ਨੇ ਵਿਰੋਧੀਆਂ ਦੇ ਸਰਕਾਰ ਦੇ ਵਿਰੁੱਧ ਲੜੇ, ਤੁਹਾਨੂੰ ਲੱਗਦਾ ਕਿ ਫਿਰ ਉਹ ਪਾਰਸ਼ਾਲਿਟੀ ਨਹੀਂ ਕੀਤੀ? ਦੇਖੋ ਜਿੱਥੇ ਤੱਕ AG ਸਾਹਿਬ ਦੀ ਗੱਲ ਹੈ, ਉਹਨਾਂ ਨੇ ਅਨਮੋਲਕ ਸਿੱਧੂ ਸਾਹਿਬ ਨੇ ਜੀ ਨੇ ਵੀ ਬੜਾ ਅੱਛਾ ਕੰਮ ਕੀਤਾ ਹੈ, ਔਰ ਲੇਕਿਨ ਉਹਨਾਂ ਦੇ ਆਪਣੇ ਕੋਈ ਨਿੱਜੀ ਕਾਰਨਾਂ ਕਰਕੇ ਉਹਨਾਂ ਨੇ ਰਿਜ਼ਾਈਨ ਕਰਤਾ। ਤਾਂ ਸੁਭਾਵਿਕ ਹੈ ਸਰਕਾਰ ਦੇ ਕੰਮ ਰੁਕਦੇ ਨਹੀਂ ਹੈ। ਜਿਹੜੇ ਮੌਜੂਦ ਨਵੇਂ AG ਸਾਹਿਬ ਲਾਏ ਗਏ ਵਿਨੋਦ ਕਈ ਜੀ, ਹੀ ਇਜ਼ ਦਾ ਮੋਸਟ ਕੰਪੀਟੈਂਟ ਲਾਇਰ, ਖਾਸ ਕਰ ਕ੍ਰਿਮੀਨਲ ਜਿਹੜਾ ਫੀਲਡ ਹੈ ਉਹਦੇ 'ਚ ਉਹਨਾਂ ਦੇ ਉਹ ਮਤਲਬ ਹਾਈ ਕੋਰਟ ਦੇ ਮੰਨੇ ਪਰਵੰਨੇ ਵਕੀਲ ਹੈ। ਰਹੀ ਗੱਲ ਉਹਨਾਂ ਦੀ ਕਲਾਇੰਟੇਜ ਦੀ ਲੈ ਕੇ, ਦੇਖੋ ਕੋਈ ਵੀ ਵਕੀਲ ਹੈ ਜਿਹੜਾ ਐਕਸਪਰਟ ਵਕੀਲ ਹੈ, ਉਹਦੀ ਕਿਸੇ ਨਾ ਕਿਸੇ ਲੈਵਲ ਤੇ ਕੋਈ ਨਾ ਕੋਈ ਕਲਾਇੰਟ ਤੇ ਉਹਨਾਂ ਦਾ ਰਹਿੰਦਾ ਹੈ। ਹੁਣ ਅੱਜ ਕਾਂਗਰਸ ਔਰ ਅਕਾਲੀ ਦਲ ਦਾ ਕਿੰਨਾ ਰਾਜਨੀਤਿਕ ਲੜਾਈ ਰਹੀ ਹੈ, ਤੇ ਪੀ ਚਿਦੰਬਰਮ ਜੀ ਕੇਸ ਵਿਕਰਮ ਮਜੀਠੀਆ ਸਾਹਿਬ ਤੇ ਲੜ ਰਹੇ। ਸੋ ਵਕੀਲ ਦਾ ਪੇਸ਼ਾ ਅਲੱਗ ਚੀਜ਼ ਹੈ, ਪ੍ਰੋਫੈਸ਼ਨ ਅਲੱਗ ਚੀਜ਼ ਹੈ, ਰਾਜਨੀਤੀ ਅਲੱਗ ਚੀਜ਼ ਹੈ। ਵਿਨੋਦ ਕਈ ਜੀ ਜਿਹੜਾ ਹਾਂ ਅੱਜ ਉਹ ਜਦੋਂ ਪੰਜਾਬ ਸਰਕਾਰ ਦੇ ਵਕੀਲ ਬਣ ਗਏ ਆ, ਪੰਜਾਬ ਸਰਕਾਰ ਦੇ ਨੁਮਾਇੰਦੇ ਹੋ ਗਏ ਆ, ਤਾਂ ਸੁਭਾਵਿਕ ਹੈ ਉਹ ਆਪਣੇ ਪਿਛਲੇ ਸਾਰੇ ਕਲਾਇੰਟ ਨੂੰ ਛੱਡਣ। ਕਾਂਗ ਸਾਹਿਬ, ਇਹ ਜਿਹੜੀ ਵੰਸ਼ਵਾਦ ਪਰਿਵਾਰਵਾਦ ਤੁਸੀਂ ਗੱਲ ਕਰ ਰਹੇ ਹੋ ਕਿ ਪੰਜਾਬ ਵਿੱਚ ਜਾਂ ਦਿੱਲੀ ਵਿੱਚ ਕਾਂਗਰਸ ਜਾਂ ਅਕਾਲੀ ਦਲ ਦੇ ਲਿਹਾਜ਼ ਨਾਲ ਤੁਹਾਨੂੰ ਚੀਜ਼ਾਂ ਸੂਟ ਕਰ ਰਹੀਆਂ ਹੈ ਕਿ ਜੇ ਉਹਨਾਂ ਪਾਰਟੀਆਂ 'ਚ ਖਾਮੀਆਂ ਹੈ ਤਾਂ ਅਗਲੇ ਇਲੈਕਸ਼ਨਾਂ 'ਚ ਤੁਹਾਨੂੰ ਚਾਹੇ ਦਿੱਲੀ 'ਚ ਹੋਣਗੀਆਂ ਚਾਹੇ ਪੰਜਾਬ 'ਚ ਸੂਟ ਕਰਨਗੀਆਂ ਜਾਂ ਬਾਕੀ ਸਟੇਟਸ ਵਿੱਚ। ਪਰ ਮੌਜੂਦਾ ਸਮੇਂ ਵਿੱਚ ਜੋ ਪੰਜਾਬ ਵਿੱਚ ਸਥਿਤੀ ਖੜੀ ਹੈ, ਸੰਗਠਨ ਦੇ ਸਾਹਮਣੇ ਜਾਂ ਸਰਕਾਰ ਦੇ ਸਾਹਮਣੇ ਕੁਝ ਚੁਣੌਤੀਆਂ ਵਿਰੋਧੀ ਧਿਰ ਪੇਸ਼ ਕਰ ਰਹੇ ਨੇ, ਉਹਨਾਂ ਬਾਰੇ ਕੋਈ ਗੰਭੀਰ ਘੋਖ ਕੀਤੀ ਜਾ ਰਹੀ ਹੈ? ਨਹੀਂ, ਚੁਣੌਤੀਆਂ ਤੇ ਡੈਫੀਨੇਟਲੀ ਬਹੁਤ ਹੈ। ਚੁਣੌਤੀਆਂ ਇਕਨੋਮਿਕ ਕ੍ਰਾਈਸਿਸ ਦੀਆਂ ਹੈ, ਚੁਣੌਤੀਆਂ ਖੇਤੀਬਾੜੀ ਦੇ ਸੰਕਟ ਦੀਆਂ ਹੈ, ਚੁਣੌਤੀਆਂ ਨੌਜਵਾਨੀ ਦੇ ਮਾਈਗ੍ਰੇਸ਼ਨ ਦੀਆਂ, ਇੰਪਲੋਇਮੈਂਟ ਦੀਆਂ। ਅੱਜ ਵੀ ਮੁੱਖ ਮੰਤਰੀ ਜੀ ਨੇ ਆਫਟਰ ਕੈਬਨਿਟ ਇੱਕ ਸਬ ਕਮੇਟੀ ਜਿਹੜੀ ਬਣਾਈ ਆ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਲਈ। ਉਹਨਾਂ ਨੇ ਬੇਨਤੀ ਕੀਤੀ, ਔਰ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਨੌਜਵਾਨਾਂ ਨੂੰ ਸੰਘਰਸ਼ ਸੜਕਾਂ ਤੇ ਕਰਨ ਦੀ ਲੋੜ ਨਹੀਂ। ਮੁੱਖ ਮੰਤਰੀ ਸਾਹਿਬ ਔਰ ਸਰਕਾਰ ਆਪ ਪੂਰਾ ਘੋਖ ਕਰ ਰਹੀ ਹੈ ਉਹਨਾਂ ਦਾ ਲੀਗਲ ਜਿਹੜਾ ਐਸਪੈਕਟ ਹੈ, ਕਿਉਂਕਿ ਪਿਛਲੇ ਸਾਲਾਂ 'ਚ ਹੋਇਆ ਕਿ ਕੋਈ ਬੰਦੇ ਨੂੰ ਨੌਕਰੀ ਦਿੱਤੀ ਵੀ ਗਈ ਤਾਂ ਦੂਜਾ ਜਾ ਕੇ ਹਾਈ ਕੋਰਟ 'ਚ ਲੀਗਲ ਕੰਪਲਿਕੇਸ਼ਨ ਪੈ ਗਈ ਤੇ ਰੋਕੀ। ਅਸੀਂ ਨਹੀਂ ਚਾਹੁੰਦੇ ਕਿਸੇ ਵੀ ਨੌਜਵਾਨ ਨੂੰ ਨੌਕਰੀ ਮਿਲੇ ਤੇ ਉਹ 'ਚ ਕੋਈ ਲੀਗਲ ਕੰਪਲਿਕੇਸ਼ਨ ਆਵੇ, ਔਰ ਬਹੁਤ ਸੰਜੀਦਗੀ ਨਾਲ ਚੀਮਾ ਸਾਹਿਬ ਦੀ ਅਗਵਾਈ ਵਾਲੀ ਕਮੇਟੀ ਇਸ ਕੰਮ ਕਰ ਰਹੀ ਹੈ। ਖੇਤੀ ਨੂੰ ਲੈ ਕੇ ਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ ਇਨੀਸ਼ੀਏਟਿਵ ਲਏ ਆ, ਚਾਹੇ 1500 ਰੁਪਏ ਸਿੱਧੀ ਬਿਜਾਈ ਨੂੰ ਲੈ ਕੇ, ਮੂੰਗੀ ਨੂੰ MSP ਤੇ ਖਰੀਦੀ, ਮੂੰਗੀ ਤੇ ਇਨਸੈਂਟਿਵ ਵੀ ਜਿਹੜਾ ਉਹਦਾ ਬਜਟ ਵਿੱਚ ਪਾਸ ਕਰਤਾ। ਸੋ ਜਿਹੜੇ ਸਾਡੇ ਕੋਲ ਰਿਸੋਰਸ ਹੈ, ਸੀਮਿਤ ਸਾਧਨ ਹੈ, ਜਾਂ ਪੰਜਾਬ ਦੇ ਜਿਹੜੇ ਰਿਸੋਰਸ ਨੂੰ ਪਿਛਲੇ ਸਾਲਾਂ 'ਚ ਰਸੂਖਦਾਰਾਂ ਨੇ, ਜ਼ਮੀਂਦਾਰਾਂ ਨੇ ਦੱਬਿਆ ਸੀ, ਉਹਨਾਂ ਨੂੰ ਛਡਾਉਣ ਦੀ ਗੱਲ ਹੈ। ਤਾਂ ਪੰਜਾਬ ਸਰਕਾਰ ਤੇ ਹਰੇਕ ਮੋਰਚੇ ਤੇ ਲੱਗੀ ਹੋਈ ਹੈ ਕਿ ਪੰਜਾਬ ਦੇ ਖਜ਼ਾਨੇ ਨੂੰ ਜਿਹੜਾ ਮਜ਼ਬੂਤੀ ਦਿੱਤੀ ਜਾਵੇ, ਔਰ ਉਸ ਫਿਰ ਪੈਸਾ ਪੰਜਾਬ ਦੇ ਲੋਕਾਂ ਦੇ ਵੈਲਫੇਅਰ ਤੇ ਲਾਇਆ ਜਾਵੇ। ਔਰ ਹਜੇ ਤੇ ਟਾਈਮ ਹੀ ਬਹੁਤ ਥੋੜਾ ਹੋਇਆ, ਮੈਨੂੰ ਲੱਗਦਾ ਹੈ ਵੀ ਜਦੋਂ ਸਥਿਤੀਆਂ ਸਾਲ 2 ਸਾਲ 'ਚ ਬਹੁਤ ਬਿਹਤਰ ਹੋ ਜਾਣਗੀਆਂ। ਸੁਭਾਵਿਕ ਜੀ ਗੱਲ ਹੈ ਕਿ ਪੰਜਾਬ ਦੇ ਖਜ਼ਾਨੇ 'ਚ ਪਹਿਲੇ ਸਾਲਾਂ 'ਚ ਲੁੱਟ ਸੁੱਟ ਬਹੁਤ ਰਹੀ ਹੈ। ਇਸ ਕਰਕੇ ਪਹਿਲਾਂ ਅੱਜ ਜੇ ਸਾਡਾ ਕੋਈ MLA, ਕੋਈ ਮੰਤਰੀ, ਕੋਈ ਲੀਡਰ ਕਿਸੇ ਕਰਪਸ਼ਨ ਜ਼ਿੰਮੇਵਾਰ ਹੈ ਤੇ ਅਸੀਂ ਲੋਕਾਂ ਦੇ ਜਵਾਬ ਦੇ। ਸੋ ਉਸ ਪਾਸੇ ਲੱਗੇ ਹੋਏ ਆ। ਚੁਣੌਤੀਆਂ ਹੈਗੀਆਂ, ਲੇਕਿਨ ਜਦੋਂ ਯੋਗ ਅਗਵਾਈ ਹੋਵੇ, ਸਾਫ਼ ਸੁਥਰੀ ਨੀਅਤ ਹੋਵੇ ਤੇ ਚੁਣੌਤੀਆਂ ਨੂੰ ਪਾਰ ਕਰ ਲਿਆ ਜਾਂਦਾ। ਕਾਂਗ ਸਾਹਿਬ AG ਆਫਿਸ ਦੇ ਵਿੱਚ ਜਿਹੜੀ ਨਿਯੁਕਤੀਆਂ ਨੇ ਉਹ ਕਾਫੀ ਮੁੱਦਾ ਪਿਛਲੇ ਦਿਨ ਬਣਾ ਰਿਹਾ, ਕੀ ਦੇਖਦੇ? ਨਹੀਂ, ਮੁੱਖ ਮੰਤਰੀ ਜੀ ਨੇ ਅੱਜ ਕਹਿਤਾ ਨਵੇਂ ਜੀ ਆ ਗਏ ਆ ਤੇ ਹੁਣ ਬਹੁਤ ਜਲਦੀ ਜਿਹੜਾ ਆ ਉਹਨਾਂ ਦੀਆਂ ਨਿਯੁਕਤੀਆਂ ਜਿਹੜੀਆਂ ਆ ਉਹ ਵੀ ਜਲਦੀ ਹੋ ਜਾਣਗੀਆਂ, ਕੋਈ ਦਿੱਕਤ ਨਹੀਂ। ਉਹ ਕਲਾਇੰਟ ਵੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਉਹਨਾਂ ਦੇ ਕਲਾਇੰਟ ਹੈ, ਜੇ ਉਹ AG ਲੱਗੇ ਨੇ ਤਾਂ ਹਾਂ, ਡੈਫੀਨੇਟਲੀ। ਦੇਖੋ ਉਹਨਾਂ ਨੇ ਤਾਂ ਫੀਸ ਲਿੱਤੀ ਹੋਈ, ਕਲਾਇੰਟ ਕਿਵੇਂ? ਨਹੀਂ, ਉਹ ਕੋਈ ਮੈਂ ਤੇ ਕਈ ਜੱਜ ਬਣ ਜਾਂਦੇ ਆ ਵਕੀਲ। ਮੇਰੀ ਗੱਲ ਸੁਣ, ਕਈ ਵਕੀਲ ਸਾਹਿਬਾਨ ਜਦੋਂ ਐਲੀਵੇਟ ਹੋ ਜਾਂਦੇ, ਜੱਜ ਬਣ ਜਾਂਦੇ, ਤੇ ਉਹ ਆਪਣੇ ਕੇਸ ਦੇ ਜਾਂਦੇ ਆ, ਕਿਸੇ ਨੂੰ ਵੀ ਦੇ ਜਾਣ। ਸੋ ਇਹ ਨਹੀਂ, ਇਹ ਉਹਨਾਂ ਨੇ ਦੇਖਣਾ। ਲੇਕਿਨ ਜਦੋਂ ਪੰਜਾਬ ਸਰਕਾਰ ਦੇ ਨੁਮਾਇੰਦੇ ਹੋ ਗਏ ਤਾਂ ਸਿਰਫ ਪੰਜਾਬ ਦਾ ਪੱਖ ਪੂਰਨਗੇ, ਪੰਜਾਬ ਦੀ ਗੱਲ ਕਰਨਗੇ। ਲੇਕਿਨ ਉਹਨਾਂ ਦੀ ਜਿਹੜੀ ਪ੍ਰੋਫੈਸ਼ਨਲ ਹੈ, ਜੋ ਉਹਨਾਂ ਦਾ ਪ੍ਰੋਫੈਸ਼ਨ ਹੈ, ਉਹਦੇ 'ਚ ਉਹ ਐਕਸਪਰਟੀਜ਼ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਸੋ ਜਿੱਥੇ ਇੰਟਰਸਟ ਕਲੈਸ਼ ਕਰੂਗਾ, ਸੁਭਾਵਿਕ ਤੌਰ ਤੇ ਉਹਨੂੰ ਛੱਡੋ। 30 ਤਰੀਕ ਨੂੰ ਆ ਰਹੇ ਨੇ ਹਾਂਜੀ, ਤੇ ਪਿਛਲੀ ਵਾਰ ਵੀ ਐਸੀ ਅਨਾਉਂਸ ਕਰਦੇ ਸੀਗੇ ਜਿਹੜਾ ਕਿ
ਕੇਂਦਰ ਦੇ ਨਾਲ ਤਨਖਾਹਾਂ ਦੀ ਗੱਲ ਸੀਗੀ, ਸੋ ਇਸ ਤਰ੍ਹਾਂ ਜੇਕਰ ਕੁਝ ਕਰ ਦਿੰਦੇ ਤਾਂ ਆਮ ਆਦਮੀ ਪਾਰਟੀ ਨਹੀਂ, ਅਸੀਂ ਤੇ ਪਹਿਲੇ ਦਿਨ ਤੋਂ ਵਿਰੋਧ ਕਰ ਰਹੇ ਹਾਂ। ਨਹੀਂ, ਜਿਹੜੀਆਂ ਪੰਜਾਬ ਯੂਨੀਵਰਸਿਟੀ ਤੇ EMPLOYEES ਵਾਸਤੇ ਤਾਂ ਉਹਨਾਂ ਦਾ ਨੋਟੀਫਿਕੇਸ਼ਨ ਆ ਗਿਆ ਹੈ ਵੀ ਨਹੀਂ ਅਸੀਂ ਇੱਥੇ ਲਾਗੂ ਕਰ ਰਹੇ। ਸਾਡੀ ਕੋਸ਼ਿਸ਼ ਹੈਗੀ ਆ ਵੀ ਪੰਜਾਬ ਦੇ ਜਿਹੜੇ ਇੰਟਰਸਟ ਹੈ ਚੰਡੀਗੜ੍ਹ 'ਚ ਉਹਨਾਂ ਨੂੰ ਜਿਹੜਾ ਬਚਾਇਆ ਜਾਏ। ਪੰਜਾਬ ਦੇ ਵਿੱਚ ਕਾਂਸਰ ਵੈਸੇ ਹੁੰਦਾ ਇੱਕ ਡੈਮ ਸੇਫਟੀ ਬਿੱਲ ਦਾ ਜਿਹੜਾ ਕਿ ਕਾਫੀ ਵਿਵਾਦ ਜੀ, ਜੀ। ਚੱਲ ਰਿਹਾ, ਉਸ ਡੈਮ ਸੇਫਟੀ ਬਿੱਲ ਲੈ ਕੇ ਆ ਰਹੇ ਆ, ਉਸ ਨੂੰ ਕਿਸ ਤਰ੍ਹਾਂ ਆਲਰੇਡੀ ਆ ਗਿਆ ਹੈ ਜੀ। 2019 ਚ ਡੈਮ ਸੇਫਟੀ ਐਕਟ ਦੇ ਰਾਹੀਂ ਸੈਂਟਰ ਨੇ ਬਹੁਤ ਸਾਰੀਆਂ ਪਾਵਰਾਂ ਜਿਹੜੀਆਂ ਸੂਬੇ ਕੋ ਆਪਣੇ ਹੱਥ 'ਚ ਕਰ ਲੀਆਂ। ਉਦੋਂ ਵੀ ਅਕਾਲੀ ਦਲ BJP ਦਾ ਭਾਈਵਾਲ ਸੀ, ਸੁਖਬੀਰ ਸਿੰਘ ਬਾਦਲ ਸਾਹਿਬ ਉਦੋਂ ਵੀ ਭਾਈਵਾਲ ਸੀ, ਕਿਸੇ ਨੇ ਆਵਾਜ਼ ਨਹੀਂ ਚੁੱਕੀ, ਮਾਨ ਸਾਹਿਬ ਨਹੀਂ ਚੁੱਕੀ ਸੀ ਉਦੋਂ। ਉਹ ਡੈਫੀਨੇਟਲੀ ਅਸੀਂ ਤਾਂ ਕਹਿ ਰਹੇ ਹਾਂ ਅੱਜ ਇਹੀ ਸਾਰੀਆਂ ਜਿਹੜੀਆਂ ਨੀਤੀਆਂ ਆ ਮੋਦੀ ਸਾਹਿਬ ਦੀ ਸਰਕਾਰ ਦੀਆਂ, ਜਿਸ 'ਚ ਸਾਰੀਆਂ ਦੇਸ਼ ਦੀਆਂ ਪਾਵਰਾਂ ਸੈਂਟਰਲਾਈਜ਼ ਕੀਤੀਆਂ ਜਾ ਰਹੀਆਂ, ਸੂਬਿਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ, ਉਹਦੇ ਖਿਲਾਫ ਅਗਰ ਕੋਈ ਬੋਲਦਾ ਹੈ ਤੇ ਸਿਰਫ ਕੇਜਰੀਵਾਲ ਸਾਹਿਬ ਬੋਲਦੇ ਆ। ਇਹ ਦੋਨੋਂ ਪਾਰਟੀਆਂ ਤੇ ਸਿਰਫ ਆਪਣੇ ਪਰਿਵਾਰ ਨੂੰ ਤੇ ਵੰਸ਼ ਨੂੰ ਬਚਾਉਣ 'ਚ ਲੱਗੀਆਂ। ਇਹੀ ਤਾਂ ਸਾਡਾ ਕਹਿਣਾ ਹੈ। ਇਕੱਲਾ ਬੋਲਣ ਨਾਲ ਹੱਲ ਹੋ ਜਾਵੇ, ਕਿਉਂਕਿ BBMP ਦਾ ਮੁੱਦਾ ਹੋਵੇ, 50 ਕਿਲੋਮੀਟਰ BSF ਦਾ ਮੁੱਦਾ ਹੋਵੇ, ਹੋਰ ਕਈ ਚੰਡੀਗੜ੍ਹ 'ਚ ਵਿਧਾਨ ਸਭਾ ਚੰਡੀਗੜ੍ਹ ਦਾ ਇੱਕ ਕਰਕੇ ਫੈਸਲੇ ਲੈ ਉਹਦੇ ਵੀ ਲਿਆਂਦੇ ਗਏ, ਪਰ ਹਜੇ ਤੱਕ ਕੋਈ ਹੱਲ ਨਹੀਂ ਹੋਇਆ। ਦੇਖੋ BBMP ਵਾਲਾ ਇਸ਼ੂ ਵੀ ਪਿਛਲੇ ਦਿਨਾਂ 'ਚ ਜਿਹੜੀ ਜੈਪੁਰ ਮੀਟਿੰਗ ਹੋਈ ਹੈ ਹੋਮ ਮਿਨਿਸਟਰ ਸਾਹਿਬ ਦੀ ਅਗਵਾਈ 'ਚ ਸਾਡੇ 2 ਮੰਤਰੀ ਸਾਹਿਬਾਨ ਵੀ ਗਏ ਸੀ, ਉੱਥੇ ਵੀ ਪੰਜਾਬ ਸਰਕਾਰ ਨੇ ਟੇਕਅਪ ਕੀਤਾ ਆ। ਤਾਂ ਮੈਨੂੰ ਲੱਗਦਾ ਹੈ ਉਹਦੇ ਤੇ ਜ਼ਰੂਰ ਕੇਂਦਰ ਦੀ ਸਰਕਾਰ ਜਿਹੜੀ ਨੁਮਾਇੰਦਗੀ ਬਹਾਲ ਦੁਬਾਰਾ ਕਰੂਗੀ। ਅਸੀਂ ਉਹਦੀ ਲੜਾਈ ਜਿਹੜੀ ਡੈਮੋਕ੍ਰੈਟਿਕ ਪ੍ਰੋਸੈਸ ਜੋ ਲੜਾਈ ਅਸੀਂ ਲੜਾਂਗੇ, ਡਟ ਕੇ ਲੜਾਂਗੇ। ਪੰਜਾਬ ਦੇ ਦੇਖੋ ਹੁੰਦਾ ਕੀ ਰਿਹਾ, ਇੱਕ ਗੱਲ ਬੜੀ ਤੁਸੀਂ ਤੁਹਾਨੂੰ ਪਿਛਲੇ ਸਾਲਾਂ 'ਚ ਚਾਹੇ ਚੰਡੀਗੜ੍ਹ ਦੀ ਗੱਲ ਹੈ, BBMP ਦੀ ਗੱਲ ਹੈ, ਸਿਟਕੋ ਦੀ ਗੱਲ ਹੈ, ਚਾਹੇ ਕਾਂਗਰਸ ਦੀ ਗੱਲ ਕਰ ਲਓ, ਚਾਹੇ ਅਕਾਲੀ ਦਲ ਬਾਦਲ, ਕਿਸੇ ਨੇ ਧਿਆਨ ਨਹੀਂ ਦਿੱਤਾ। ਨਾ ਨੁਮਾਇੰਦਗੀ ਭੇਜਣੀ ਹੈ, EMPLOYEE ਭੇਜਣੇ ਆ, BBMP 'ਚ ਆਪਣਾ EMPLOYEE ਭੇਜਣਾ। ਸ਼ਰੇਆਮ ਸੈਂਟਰ ਕਹਿ ਰਿਹਾ ਵੀ ਸਿਟਕੋ ਵਾਸਤੇ ਅਸੀਂ EMPLOYEE ਮੰਗਦੇ ਰਹੇ ਨਾ, ਨਹੀਂ ਦਿੱਤੇ। ਮਾਨ ਸਾਹਿਬ ਨੇ ਹੁਣ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਹੈ ਨਾ ਵੀ ਚੰਡੀਗੜ੍ਹ 'ਚ 60-40 ਦੀ ਰੇਸ਼ੋ ਨਾਲ ਪੰਜਾਬ ਦੀ ਜਿਹੜੀ ਨੁਮਾਇੰਦਗੀ ਬਹਾਲ ਕੀਤੀ ਜਾਵੇ। ਸੋ ਇੱਕ ਸਜਗ ਜਿਹੜੀ ਜਾਗਰੂਕ ਸਰਕਾਰ ਦੀ ਇਹੀ ਜ਼ਿੰਮੇਵਾਰੀ ਹੈ। ਅਲਟੀਮੇਟਲੀ ਤਾਂ ਲੋਕਾਂ ਦੇ ਹੱਥ 'ਚ ਹੈ। ਅਸੀਂ ਤਾਂ ਲੜਾਈ ਹਰ ਤਰੀਕੇ ਨਾਲ ਸੜਕ ਤੋਂ ਲੈ ਕੇ ਸੰਸਦ ਤੱਕ, ਸਾਡੇ ਸੰਸਦ ਹੁਣ ਵੀ ਲੜ ਰਹੇ ਜਿੰਨੇ ਜੋਗੇ ਹੈਗੇ ਆ, ਗਾਂ ਵੀ ਲੜਾਂਗੇ। ਗੈਂਗਸਟਰਿਜ਼ਮ ਦੀ ਗੱਲ ਕੀਤੀ ਜਾਂਦੀ ਹੈ, ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਗੈਂਗਸਟਰਿਜ਼ਮ ਦੀ ਲੜਾਈ ਸ਼ੁਰੂ ਕਾਹਦੀ? ਗੈਂਗਸਟਰਿਜ਼ਮ ਜੀ ਜੀ। ਤੇ ਪੰਜਾਬ ਦੇ ਵਿੱਚ ਮੁਕਾਬਲੇ ਹੋਏ ਨੇ, ਹਾਲਾਂਕਿ ਜਿਹੜਾ ਉੱਥੇ ਅੰਮ੍ਰਿਤਸਰ ਹੋਇਆ ਸੀ, ਤਰਨਤਾਰਨ ਹੋਇਆ ਸੀਗਾ, ਤੇ ਹੁਣ ਕੈਨੇਡਾ ਦੇ ਵਿੱਚ ਵੀ ਉਸ ਤਰ੍ਹਾਂ ਦੇ ਹੋ ਰਹੇ ਨੇ। ਕਿਸ ਤਰ੍ਹਾਂ ਵੇਖਦੇ ਹੋ? ਦੇਖੋ ਇੱਕ ਬੜੀ ਸੀਰੀਅਸ ਪ੍ਰੋਬਲਮ ਹੈ ਆਰਗੇਨਾਈਜ਼ਡ ਕ੍ਰਾਈਮ ਔਰ ਗੈਂਗਸਟਰਵਾਦ। ਲੇਕਿਨ ਤੁਸੀਂ ਦੇਖਿਆ ਪਿਛਲੇ ਦਿਨਾਂ ਜਿਸ ਤਰੀਕੇ ਨਾਲ ਪੰਜਾਬ ਦੇ DG ਸਾਹਿਬ ਗੌਰਵ ਯਾਦਵ ਜੀ ਗਰਾਊਂਡ ਜ਼ੀਰੋ ਤੇ ਜਾ ਕੇ ਅਗਵਾਈ ਕਰ ਰਿਹਾ ਔਰ ਇਸ ਸਮੱਸਿਆ ਦੀ ਲੜਾਈ ਲੜ ਰਿਹਾ, ਤਾਂ ਮੈਨੂੰ ਲੱਗਦਾ ਇਹਦੇ ਰਿਜ਼ਲਟ ਜਿਹੜੇ ਆ ਚੰਗੇ ਹੋਣਗੇ। ਕਾਰਨ ਇਹੀ ਸੀ, ਫਿਰ ਤੁਸੀਂ ਕਹੋਗੇ ਰਾਜਨੀਤਿਕ ਲਾਈਨ ਲੈ ਲਈ, ਕਿਉਂਕਿ ਪਿਛਲੇ ਸਾਲਾਂ 'ਚ ਵੀ ਪੈਟਰੋਨੇਜ ਦਿੱਤਾ ਗਿਆ ਇਹਨਾਂ ਲੋਕਾਂ ਨੌਜਵਾਨਾਂ ਨੂੰ। ਸਾਰੀਆਂ ਅਕਾਲੀ ਦਲ ਕਾਂਗਰਸ ਨੇ ਸ਼ਰੇਆਮ ਦਿੱਤਾ, ਤਾਂ ਹੀ ਇਹ ਜਿਹੜੀ ਇਹ ਆਰਗੇਨਾਈਜ਼ਡ ਕ੍ਰਾਈਮ ਇੰਨਾ ਵਧਿਆ। ਨਾ ਸਾਡੇ ਮੁੱਖ ਮੰਤਰੀ ਨੇ ਪੈਟਰੋਨੇਜ ਦੇਣਾ, ਨਾ ਫੇਵਰਿਜ਼ਮ ਕਰਨਾ ਹੈ ਕਿਸੇ ਵੀ ਤਰੀਕੇ ਨਾਲ। ਔਰ ਸਾਡੇ DGP ਸਾਹਿਬ ਫੀਲਡ 'ਚ ਜਾ ਕੇ ਗਰਾਊਂਡ ਜ਼ੀਰੋ ਤੇ ਜਾ ਕੇ ਇਹ ਲੜਾਈ ਦੀ ਸ਼ੁਰੂਆਤ ਕਰ ਚੁੱਕੇ ਆ। ਬਹੁਤ ਜਲਦੀ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਤੇ ਕੰਟਰੋਲ ਹੋ ਜਾਏਗਾ। ਚੰਦੂਮਾਜਰਾ ਤੇ ਕਹਿ ਰਹੇ ਹੋ ਕਿ ਉਹਨਾਂ ਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ। ਕਿਹਨਾਂ ਨੂੰ? ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਾਂ ਅਕਾਲੀ ਦਲ ਦੇ ਉਹ ਤੇ ਉਹਨਾਂ ਨੇ ਫੈਸਲਾ ਕਰਨਾ। ਮੈਨੂੰ ਤੇ ਉਹਨਾਂ ਦੀ ਬੜੇ ਸਤਿਕਾਰਿਤ ਹੈ ਚੰਦੂਮਾਜਰਾ ਸਾਹਿਬ, ਪਰ ਉਹਨਾਂ ਦੀ ਜਿਹੜੀ ਤਰਸਯੋਗ ਹਾਲਤ ਸੀ ਅੱਜ ਵੀ ਕਮੇਟੀ ਦੀ ਰਿਪੋਰਟ ਸਾਡੇ ਕੋਲ ਆਉਣੀ ਸੀ ਔਰ ਅਸੀਂ ਫਿਰ ਰਿਕਮੈਂਡ ਕਰਨਾ ਸੀ। ਗੱਲ ਕੀ ਹੋਈ, ਮਜ਼ਾਕ ਕਿੱਡਾ ਬਣਾਇਆ ਗਿਆ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਖਿਲਾਫ ਇਨਕੁਆਇਰੀ ਬੈਠੀ, ਉਹਨਾਂ ਨੇ ਆਪ ਹੀ ਇਨਕੁਆਇਰੀ ਕਰਾ ਲਈ ਤੇ ਆਪ ਹੀ ਫੈਸਲਾ, ਆਪ ਹੀ ਵਕੀਲ, ਆਪ ਹੀ ਜੱਜ ਤੇ ਆਪ ਹੀ ਅਕਿਊਜ਼ਡ। ਇਹੀ ਹਾਸੇ ਵਾਲੀ ਗੱਲ ਹੈ। ਤੇ ਚੰਦੂਮਾਜਰਾ ਸਾਹਿਬ ਦੀਆਂ ਸਾਡੀਆਂ ਤਾਂ ਸ਼ੁਭ ਕਾਮਨਾਵਾਂ ਹੈ, ਲੇਕਿਨ ਬਹੁਤ ਸੀਨੀਅਰ ਲੀਡਰ ਹੈ, ਤਰਸਯੋਗ ਹਾਲਤ ਬਣਾਤੀ ਉਹਨਾਂ ਨੇ। AG ਆਫਿਸ ਦਾ ਜਿਹੜਾ ਨੋਟੀਫਿਕੇਸ਼ਨ ਹਲੇ ਉਹ ਆਇਆ ਨਹੀਂ ਹੈ, ਗਵਰਨਰ ਸਾਹਿਬ ਕੋ ਗਈ ਹੈ ਫਾਈਲ, ਮੈਨੂੰ ਲੱਗਦਾ ਜਲਦੀ ਹੈ। ਪਰ ਇਹ ਜਿਹੜੀ ਉਥਲ ਹੋਈ ਹੈ, ਕਿਸੇ ਕੇਸਿਸ ਵਿੱਚ ਕਿਸੇ ਨੂੰ ਫਾਇਦਾ ਤਾਂ ਨਹੀਂ ਹੋ ਜਾਏਗਾ ਇਹ ਸਾਰੇ ਝਗੜੇ ਦਾ ਜਾਂ ਸਾਰੇ ਕਿਸ ਤਰੀਕੇ ਨਾਲ? ਕੁਝ ਕੇਸਿਸ ਜਿਹੜੇ ਲੱਗੇ ਹੋਏ ਨੇ? ਨਹੀਂ, ਦੇਖੋ ਸਰਕਾਰਾਂ ਦੇ ਕੰਮ ਕਦੀ ਨਹੀਂ ਰੁਕਦੇ। ਲਾਅ ਆਫਿਸਰਸ ਦੀ ਟੀਮ ਆਲਰੇਡੀ ਉੱਥੇ ਐਗਜ਼ਿਸਟ ਕਰ ਰਹੀ ਹੈ। AG ਸਾਹਿਬ ਸਿਰਫ ਆਪਣੇ ਨਿੱਜੀ ਕਾਰਨਾਂ ਕਰਕੇ ਗਏ ਆ, ਪਰ ਇਹਦਾ ਮਤਲਬ ਇਹ ਨਹੀਂਗਾ ਵੀ ਜਿੰਨਾ ਚਿਰ ਨਵੇਂ ਆਫਿਸ ਨਹੀਂ ਸੰਭਾਲਦੇ ਤੇ ਪਿਛਲੇ AG ਸਾਹਿਬ ਕੰਮ ਕਰਨ। ਇਹ ਵੀ ਇਹੋ ਜਿਹੀ ਵੀ ਕੋਈ ਪਰੰਪਰਾ ਨਹੀਂ, ਨਾ ਇਹੋ ਜਿਹੀ ਕੋਈ ਗੱਲ ਹੈ। BJP ਦੇ ਸੋ ਸਾਡਾ CM ਸਾਹਿਬ ਜਿਹੜੇ ਵੀ ਸੰਜੀਦਾ ਕੇਸ ਹੈ ਉਹ ਤੇ CM ਸਾਹਿਬ ਆਪ ਵੀ ਜਿਹੜਾ ਹੈ ਮੋਨੀਟਰਿੰਗ ਆਪ ਕਰ ਰਹੇ, ਚਾਹੇ ਬਰਗਾੜੀ ਦਾ ਕੇਸ ਹੈ, ਚਾਹੇ ਡਰੱਗ ਨੂੰ ਲੈ ਕੇ ਕੇਸ ਹੈ, ਆਲਰੇਡੀ CM ਸਾਹਿਬ ਦੀ ਮੋਨੀਟਰਿੰਗ 'ਚ ਸਾਰੀ ਚੀਜ਼ ਚੱਲ ਰਹੀ। BJP ਦੇ ਕਰੀਬੀ ਦੱਸੇ ਜਾਂਦੇ ਹੈ। ਕੌਣ? ਵਿਰੋਧ ਕੀ ਹੋਈ ਜੀ? ਨਹੀਂ ਦੇਖੋ, ਐਵੇਂ ਆਪਾਂ ਕਿਸੇ ਨੂੰ ਕਹਿ ਦਈਏ, ਕੋਈ ਨਾ ਕੋਈ ਕਿਸੇ ਦਾ ਕਰੀਬੀ ਤੇ ਹੁੰਦਾ। ਮੈਂ ਤੁਹਾਨੂੰ ਦੱਸਿਆ ਮਜੀਠੀਆ ਸਾਹਿਬ ਦੇ ਵਕੀਲ P. ਚਿਦੰਬਰਮ ਜੀ ਹੈ,
ਕਪਿਲ ਸਿੱਬਲ ਸਾਹਿਬ, ਅਭਿਸ਼ੇਕ ਮਨੂ ਸਿੰਘ ਵੀ ਵੱਡੇ ਵਕੀਲਾਂ ਦੇ ਨਾਂ ਲੈ ਲਓ, ਅਰੁਣ ਜੇਤਲੀ ਜੀ ਚਲੋ ਮਰਹੂਮ ਹੋ ਗਏ, ਉਹ ਕਾਂਗਰਸ ਦੇ ਲੀਡਰਾਂ ਦੇ ਕੇਸ ਲੜਦੇ ਰਹੇ ਆ। ਸੋ ਇਹ ਇੱਕ ਪ੍ਰੋਫੈਸ਼ਨ ਅਲੱਗ ਚੀਜ਼ ਹੈ, ਰਾਜਨੀਤੀ ਅਲੱਗ ਚੀਜ਼ ਹੈ। ਹਾਂ, ਜੇ ਉਹ 'ਚ ਕੋਈ ਕਤਾਈ ਲੱਗੂਗੀ ਤਾਂ ਅਸੀਂ ਪੰਜਾਬ ਦੇ ਲੋਕਾਂ ਦੇ ਜਵਾਬ ਦੇ